ਸਭ ਤੋਂ ਪਹਿਲੇ ਇਹ ਸੂਤਰ ਸਮਝ ਲਿਆ ਜਾਏ ਕਿ ਕੋਈ ਵੀ ਕੰਮ ਸੰਸਾਰ ਦਾ ਉਸ ਪ੍ਰਭੂ ਦੀ ਆਗਿਆ ਤੋਂ ਬਗੈਰ ਨਹੀਂ ਹੋ ਰਿਹਾ, ਉਸ ਪ੍ਰਭੂ ਦੇ ਹੁਕਮ ਤੋਂ ਬਾਹਰ ਨਹੀਂ ਹੋ ਰਿਹਾ। ਉਹ ਪ੍ਰਭੂ ਨੇ ਜਿਸ ਕੰਮ ਦਾ ਜਿਸ ਵਕਤ ਸਮਾਂ ਨਿਰਧਾਰਿਤ ਕੀਤਾ ਹੈ, ਉਸੇ ਵਕਤ ਹੀ ਉਹ ਕੰਮ ਸਿਰੇ ਚੜ੍ਹੇਗਾ, ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਜੋ ਵਕਤ ਹੈ ਉਹ ਸਾਡੀ ਖੁਆਇਸ਼ ਹੈ, ਸਾਡੀ ਕਾਮਨਾ ਹੈ। ਜੇ ਸਾਡੀ ਕਾਮਨਾ ਦੇ ਵਿੱਚ ਉਹ ਕੰਮ ਨਹੀਂ ਹੋਇਆ ਤਾਂ ਫਿਰ ਉਸ ਪ੍ਰਭੂ ਦੀ ਮਰਜ਼ੀ ਵੀ ਨਹੀਂ ਉਹਦੇ ਵਿੱਚ, ਕਿਉਂਕਿ ਉਸ ਪ੍ਰਭੂ ਦੀ ਮਰਜ਼ੀ ਤਾਂ ਇਹ ਹੈ ਕਿ ਜਿਸ ਵਕਤ ਮੈਂ ਕੰਮ ਕਰਾਂ ਉਸੇ ਵਕਤ ਹੀ ਹੋਣਾ ਹੈ। ਜਿਸ ਵਕਤ ਪ੍ਰਭੂ ਨੇ ਉਹ ਵਕਤ ਮੁਕਰਰ ਕੀਤਾ ਹੈ, ਉਸੇ ਵਕਤ ਹੀ ਕੰਮ ਹੋਣਾ ਹੈ। ਜਿਸ ਤਰ੍ਹਾਂ ਤੁਸੀਂ ਅਕਸਰ ਕਹਾਣੀ ਸੁਣੀ ਹੋਏਗੀ, ਲੂੰਬੜੀ ਤੇ ਅੰਗੂਰ। ਲੂੰਬੜੀ ਅੰਗੂਰਾਂ ਦੇ ਦਰਖਤ ਨੂੰ ਦੇਖ ਕੇ ਮਨ ਹੀ ਮਨ ਸੋਚ ਲੈਂਦੀ ਹੈ ਕਿ ਇਹ ਅੰਗੂਰਾਂ ਦਾ ਗੁੱਛਾ ਜੇਕਰ ਮੇਰੇ ਹੱਥ ਲੱਗ ਜਾਏ ਤਾਂ ਇਹ ਬੜੇ ਮਿੱਠੇ ਹੋਣਗੇ, ਬੜੇ ਰਸੀਲੇ ਹੋਣਗੇ। ਜੇਕਰ ਮੇਰੇ ਹੱਥ ਲੱਗ ਜਾਏ ਤਾਂ ਮੈਂ ਇਸ ਨੂੰ ਖਾ ਕਰਕੇ ਆਨੰਦ ਮਾਣਾਂਗੀ, ਇਸ ਦੇ ਸਵਾਦ ਨੂੰ ਮੈਂ ਇਕੱਲੀ ਹੀ ਲਵਾਂਗੀ। ਇਹ ਲੂੰਬੜੀ ਦੀ ਆਪਣੀ ਮਨ ਦੀ ਕਾਮਨਾ ਹੈ ਤੇ ਲੂੰਬੜੀ ਬਾਰ-ਬਾਰ ਇਹੀ ਸੋਚਦੀ ਹੈ ਤੇ ਯਤਨ ਕਰਦੀ ਹੈ ਬਾਰ-ਬਾਰ। ਜਿਸ ਤਰ੍ਹਾਂ ਮਨੁੱਖ ਹਰ ਕਿਸੇ ਕੰਮ ਦੇ ਵਿੱਚ ਪੈ ਕਰਕੇ ਯਤਨ ਕਰਦਾ, ਪਰ ਉਹ ਕੰਮ ਕਿਸੇ ਵਕਤ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਲੂੰਬੜੀ ਦਾ ਹਾਲ ਹੈ। ਲੂੰਬੜੀ ਬਾਰ-ਬਾਰ ਯਤਨ ਕਰਦੀ ਹੈ ਕਿ ਉਸ ਅੰਗੂਰਾਂ ਦੇ ਗੁੱਛੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਗ੍ਰਿਫਤ ਦੇ ਵਿੱਚ ਕਰ ਲਵਾਂ, ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹ ਨਾਕਾਮ ਰਹਿੰਦੀ ਹੈ। ਜਦ ਉਹ ਨਾਕਾਮ ਹੋ ਜਾਂਦੀ ਹੈ, ਸਾਰੀ ਆਪਣੀ ਊਰਜਾ ਸਿਰਫ ਇੱਕ ਅੰਗੂਰਾਂ ਦੇ ਗੁੱਛੇ ਦੇ ਉੱਤੇ ਕੇਂਦਰਿਤ ਕਰਕੇ ਉਸ ਨੂੰ ਹਾਸਲ ਕਰਨ ਦੇ ਵਿੱਚ ਲਾਉਂਦੀ ਹੈ, ਤਾਂ ਆਖਰ ਦੇ ਵਿੱਚ ਊਰਜਾ ਖਤਮ ਹੋ ਜਾਂਦੀ ਹੈ ਤੇ ਬਹਿ ਜਾਂਦੀ ਹੈ ਥੱਕ ਹਾਰ ਕੇ। ਤੇ ਫਿਰ ਮਨ ਹੀ ਮਨ ਕਹਿ ਦਿੰਦੀ ਹੈ ਕਿ ਇਹ ਅੰਗੂਰ ਖੱਟੇ ਨੇ, ਇਹ ਮੇਰੇ ਕਾਬਿਲ ਹੀ ਨਹੀਂ। ਪਹਿਲਾਂ ਤਾਂ ਕਹਿੰਦੀ ਹੈ ਕਿ ਇਹ ਅੰਗੂਰ ਮੇਰੇ ਕਾਬਿਲ ਨੇ, ਪਰ ਬਾਅਦ ਵਿੱਚ ਕਹਿੰਦੀ ਹੈ ਕਿ ਇਹ ਅੰਗੂਰ ਖੱਟੇ ਨੇ, ਇਹ ਮੇਰੇ ਕਾਬਿਲ ਨਹੀਂ, ਮੈਂ ਨਹੀਂ ਇਸ ਨੂੰ ਖਾਂਦੀ। ਮੈਂ ਇਸ ਨੂੰ ਖਾ ਕੇ ਕੀ ਕਰਨਾ ਜਦ ਖੱਟੇ ਹੀ ਨੇ। ਅਗਰ ਲੂੰਬੜੀ ਇਹ ਸੋਚ ਲੈਂਦੀ ਉਸ ਵਕਤ, ਇਹ ਮੇਰਾ ਆਪਣਾ ਨਜ਼ਰੀਆ ਹੈ ਕਿ ਇਹ ਪਰਮਾਤਮਾ, ਇਹ ਤੇਰੇ ਅੰਗੂਰ ਲਗਾਏ ਹੋਏ ਨੇ ਇਸ ਟਾਹਣੀ ਨੂੰ, ਜੇਕਰ ਤੂੰ ਅੰਗੂਰ ਮੇਰੇ ਕਰਮਾਂ ਦੇ ਵਿੱਚ ਲਿਖੇ ਨੇ ਤੇ ਮੈਨੂੰ ਤੂੰ ਇਹ ਦੇ ਦੇਵੇ, ਮੈਂ ਕੋਈ ਕੋਸ਼ਿਸ਼ ਜਾਂ ਯਤਨ ਨਹੀਂ ਕਰਨਾ। ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਫਿਰ ਮੈਂ ਕੋਸ਼ਿਸ਼ ਵੀ ਕਰ ਸਕਦੀ ਹਾਂ। ਹੁਣ ਇਹਦੇ ਵਿੱਚ ਦੋ ਕਾਰਨ ਨੇ, ਇੱਕ ਆਗਿਆ ਵੀ ਮੰਗਣੀ ਹੈ ਤੇ ਇੱਕ ਉਹਦੇ ਰਜ਼ਾ ਦੇ ਵਿੱਚ ਵੀ ਰਹਿਣਾ। ਜੇਕਰ ਉਹਦੀ ਰਜ਼ਾ ਦੇ ਵਿੱਚ ਰਹਿ ਕਰਕੇ ਉਹ ਅੰਗੂਰਾਂ ਦੀ ਕਾਮਨਾ ਕਰਦੀ, ਆਗਿਆ ਲੈਂਦੀ ਪ੍ਰਭੂ ਤੋਂ, ਤਾਂ ਫਿਰ ਸ਼ਾਇਦ ਉਹ ਲੂੰਬੜੀ ਨੂੰ ਅੰਗੂਰ ਖਾਣ ਨੂੰ ਮਿਲ ਜਾਂਦੇ, ਫਿਰ ਕਿਤੇ ਬੈਠ ਕਰਕੇ ਨੁਕਰੇ ਖਾ ਲੈਂਦੀ, ਉਹਦਾ ਰਸ ਮਾਣ ਲੈਂਦੀ। ਪਰ ਉਸਨੇ ਤਾਂ ਆਗਿਆ ਲਈ ਨਹੀਂ। ਉਸਨੇ ਆਪਣੇ ਮਨ ਤੋਂ ਪੁੱਛਿਆ, ਆਪਣੇ ਮਨ ਨੂੰ ਆਖਿਆ ਕਿ ਵੀ ਜੇਕਰ ਇਹ ਅੰਗੂਰ ਮੇਰੇ ਹੱਥ ਲੱਗ ਜਾਣ ਤਾਂ ਫਿਰ ਮੈਂ ਇਹ ਅੰਗੂਰਾਂ ਨੂੰ ਖਾਵਾਂਗੀ, ਇਸ ਦੇ ਰਸ ਨੂੰ ਪਾਨ ਕਰਾਂਗੀ, ਇਹਦਾ ਰਸ ਪਾਨ ਕਰਾਂਗੀ। ਪਰ ਉਹ ਅੰਗੂਰ ਹੱਥ ਨਹੀਂ ਲੱਗ ਸਕੇ, ਇਹ ਉਸਦੇ ਕਰਮਾਂ ਦੇ ਵਿੱਚ ਨਹੀਂ ਸੀ। ਪਰ ਇਹ ਸਾਰਾ ਸੰਸਾਰ, ਇਹ ਜਾਣ ਲਓ, ਇਹ ਸੂਤਰ ਸਾਜ ਜਾਣ ਲਓ, ਸਾਰਾ ਸੰਸਾਰ ਉਸ ਪ੍ਰਭੂ ਦੀ ਆਗਿਆ ਦੇ ਵਿੱਚ ਚੱਲ ਰਿਹਾ। ਉਸ ਦੀ ਆਗਿਆ ਤੋਂ ਕੁਝ ਵੀ ਬਾਹਰ ਨਹੀਂ, ਚਾਹੇ ਉਹ ਪੱਤਾ ਹੈ, ਪੱਤੇ ਤੋਂ ਲੈ ਕਰਕੇ ਵੱਡੇ ਤੋਂ ਵੱਡੇ ਪਹਾੜ ਤੱਕ, ਕੰਕਰ ਤੋਂ ਲੈ ਕਰਕੇ ਛੋਟਾ ਜਿਹਾ ਕੰਕਰ, ਛੋਟਾ ਜਿਹਾ ਕੰਕਰ ਤੋਂ ਲੈ ਕਰਕੇ ਹਿਮਾਲਿਆ ਪਰਬਤ ਤੱਕ, ਛੋਟੀ ਜਿਹੀ ਝੀਲ ਤੋਂ ਛੋਟੇ ਜਿਹੇ ਸੂਏ ਤੋਂ ਲੈ ਕਰਕੇ, ਜਿਵੇਂ ਸੂਏ ਹੁੰਦੇ ਨੇ ਪਿੰਡਾਂ ਦੇ ਵਿੱਚ ਅਕਸਰ ਛੋਟੇ ਜਿਹੇ ਸੂਏ ਤੋਂ ਲੈ ਕਰਕੇ ਵੱਡੇ ਸਮੁੰਦਰ ਤੱਕ, ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਉਹਦੇ ਹੁਕਮ ਦੇ ਵਿੱਚ ਹੀ ਲਹਿਰਾਂ ਆ ਰਹੀਆਂ ਨੇ, ਉਹਦੇ ਹੁਕਮ ਦੇ ਵਿੱਚ ਹੀ ਪਾਣੀ ਆ ਰਿਹਾ, ਉਹਦੇ ਹੁਕਮ ਦੇ ਵਿੱਚ ਹੀ ਪਾਣੀ ਜਾ ਰਿਹਾ। ਕਿਸੇ ਨੂੰ ਨਹੀਂ ਪਤਾ ਪਾਣੀ ਦਾ ਸਰੋਤ ਆਖਰ ਕਿੱਥੇ ਹੈ। ਹੁਣ ਕਲਗੀਧਰ ਹੀ ਇਸੇ ਤਰ੍ਹਾਂ ਹੀ ਸਮਝਾਉਣਾ ਚਾਹ ਰਹੇ ਨੇ। ਮੈਨੂੰ ਅਕਸਰ ਲੋਕ ਪੁੱਛਦੇ ਨੇ ਕਿ ਇਹ ਤੁਸੀਂ ਜੋ ਅਰਦਾਸਾਂ ਦੱਸ ਰਹੇ ਹੋ, ਇਹ ਅਰਦਾਸ ਕਰਨੀ ਕਿਵੇਂ ਹੈ। ਜ਼ਿੰਦਗੀ ਦੇ ਵਿੱਚ ਇਹ ਗੱਲ ਜਾਣ ਲਓ ਕਿ ਜੇਕਰ ਸਾਡੇ ਕੋਲ ਸ਼ਬਦ ਨੇ, ਸ਼ਬਦਾਂ ਦੇ ਨਾਲ ਹੀ ਕਿਸੇ ਨੂੰ ਸ਼ਬਦ ਬਾਣ ਮਾਰਿਆ ਜਾ ਸਕਦਾ ਹੈ। ਜੇਕਰ ਸ਼ਬਦ ਹੀ ਨਾ ਹੋਣ, ਸ਼ਬਦ ਕੁਝ ਐਸੇ ਚਾਹੀਦੇ ਨੇ
ਜਿਸ ਦੇ ਨਾਲ ਕਿਸੇ ਦੇ ਉੱਤੇ ਚੋਟ ਕਰੇਗੀ। ਸ਼ਬਦ ਹੀ ਚੋਟ ਕਰਦੇ ਨੇ। ਹੁਣ ਕਲਗੀਧਰ ਜਿਸ ਤਰ੍ਹਾਂ ਸ਼ਬਦਾਂ ਦੇ ਹੇਰ ਫੇਰ ਨੂੰ ਦੱਸ ਰਹੇ ਨੇ ਕਿ ਸ਼ਬਦ ਹੀ ਚੋਟ ਕਰਨਗੇ, ਉਸ ਅਕਾਲ ਪੁਰਖ ਤੱਕ ਤੁਹਾਨੂੰ ਸ਼ਬਦ ਹੀ ਪਹੁੰਚਾਉਣਗੇ। ਅਰਦਾਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਕਿਸ ਤਰ੍ਹਾਂ ਕਰਨੀ ਹੈ, ਕੋਈ ਢੰਗ ਹੈ, ਨਹੀਂ। ਇਹ ਤੁਹਾਡੇ ਆਪਣੇ ਖਿਆਲ ਨੇ। ਕਲਗੀਧਰ ਨੇ ਤੁਹਾਨੂੰ ਸ਼ਬਦ ਦਿੱਤੇ ਨੇ ਹਰ ਕਿਸੇ ਕੰਮ ਦੇ ਲਈ। ਜਿਵੇਂ ਮੰਨ ਲਓ ਕਲਗੀਧਰ ਮਹਾਰਾਜ ਨੇ ਇਹ ਵੀ ਦੱਸਿਆ, ਹੁਣ ਜੋ ਸ਼ਬਦ ਨੇ, ਸ਼ਬਦ ਚੋਟ ਕਰਦੇ ਨੇ। ਜੇਕਰ ਸਾਡੇ ਕੋਲ 94 ਸ਼ਬਦ ਹੋਣ ਤਾਂ ਫਿਰ ਉਹ ਪਰਮਾਤਮਾ ਤੱਕ ਵੀ ਪਹੁੰਚ ਜਾਂਦੇ ਨੇ। ਤਾਂ ਫਿਰ ਜੇਕਰ ਅਸੀਂ ਇਸ ਲੋਕ ਦੇ ਵਿੱਚ ਕੋਈ ਵੀ ਡਿਪਾਰਟਮੈਂਟ ਦੇ ਕੰਮ ਕਰਨੇ ਹੋਣ, ਕਿਸੇ ਡਿਪਾਰਟਮੈਂਟ ਦੇ ਵਿੱਚ ਜਾਣਾ ਹੋਵੇ, ਤਾਂ ਸ਼ਬਦ ਐਸੇ ਬੋਲ ਦਈਏ ਤਾਂ ਫਿਰ ਅਗਲਾ ਅਫਸਰ ਸਾਡੇ ਕੰਮ ਕਰ ਦਿੰਦਾ ਹੈ। ਇਸੇ ਤਰ੍ਹਾਂ ਕਲਗੀਧਰ ਮਹਾਰਾਜ ਨੇ ਅੱਜ 24ਵੀਂ ਅਰਦਾਸ ਦੇ ਵਿੱਚ ਦੱਸਿਆ, ਰਾਜਾ ਕਾ ਮਿਲਾਪ ਸਹਾਈ ਗੁਰ ਆਪ। ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਵੀ ਕੰਮ ਕਾਰ ਪਵੇ, ਉਸ ਤੋਂ ਪਹਿਲੇ ਉਸ ਸਰਕਾਰੀ ਦਫ਼ਤਰ ਤੇ ਜਾਣ ਤੋਂ ਪਹਿਲੇ ਅਰਦਾਸ ਕਰਨੀ ਹੈ, ਮਹਾਰਾਜ ਸਹਾਈ ਗੁਰ ਆਪ, ਤੁਸੀਂ ਆਪ ਸਹਾਈ ਹੋਇਓ। ਇਸ ਸਰਕਾਰੀ ਦਫ਼ਤਰ ਦੇ ਵਿੱਚ ਮੈਂ ਕਿਸੇ ਕੰਮ ਦੇ ਲਈ ਜਾ ਰਿਹਾ, ਚਾਹੇ ਉਹ ਸਾਡੀ ਨੌਕਰੀ ਅਪਲਾਈ ਵਾਸਤੇ ਹੋਵੇ ਤੇ ਚਾਹੇ ਕੋਈ ਹੋਰ ਜਿਹੜੇ ਕੰਮਕਾਰ ਹੁੰਦੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੈਂਦੇ ਨੇ, ਤਾਂ ਗੁਰੂ ਅੱਗੇ ਇਹੀ ਅਰਦਾਸ ਕਰਕੇ ਜਾਣਾ ਹੈ ਕਿ ਸਹਾਈ ਗੁਰੂ ਆਪ ਕੀ ਹੈ, ਸਤਿਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਂ ਜੋ ਵੀ ਕੋਈ ਵੀ ਕਿਸੇ ਵੀ ਮਜ਼ਹਬ ਦਾ ਜਿਹਨੂੰ ਵੀ ਮੰਨਦਾ ਹੈ, ਆਪਣੇ ਮੁਰਸ਼ਦ ਅੱਗੇ ਇਹੀ ਅਰਦਾਸ ਕਰਕੇ ਜਾਏ ਕਿ ਹੈ ਸਤਿਗੁਰੂ, ਮੈਂ ਇਹ ਸਰਕਾਰੀ ਦਫ਼ਤਰ ਦੇ ਵਿੱਚ ਇਹ ਕੰਮ ਕਰਨ ਜਾ ਰਿਹਾ ਅਤੇ ਤੁਸੀਂ ਆਪ ਸਹਾਈ ਹੋਇਓ। ਇਹ ਕੰਮ ਦੀ ਸੰਪੂਰਨਤਾ ਤੁਸੀਂ ਕਰਾਉਣੀ ਹੈ। ਜੇਕਰ ਤੁਸੀਂ ਸਹਾਈ ਹੋਵੋਗੇ ਤਾਂ ਇਹਦੇ ਵਿੱਚ ਕੋਈ ਵੀ ਰੁਕਾਵਟ ਤੇ ਅੜਚਨ ਨਹੀਂ ਆਏਗੀ। ਇਸੇ ਤਰ੍ਹਾਂ ਹੀ ਬੋਲ ਕੇ ਅਰਦਾਸ ਕਰਨੀ ਜਿਸ ਤਰ੍ਹਾਂ ਅਸੀਂ ਦਸੀ ਹੈ। ਹੁਣ ਅਕਸਰ ਲੋਕ ਪੁੱਛਦੇ ਨੇ ਕਿ ਵੀ ਅਰਦਾਸ ਕਰਨੀ ਕਿਵੇਂ ਹੈ। ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਦੱਸੀ ਹੈ। ਕਲਗੀਧਰ ਜੀ ਦਾ ਜੇਕਰ ਸੂਤਰ ਦੇਖ ਲਈਏ ਤਾਂ ਉਹਨਾਂ ਨੇ ਹਰ ਇੱਕ ਪੈਰ ਤੇ ਹਰ ਇੱਕ ਕੰਮ ਤੇ ਕਿਸ ਕੰਮ ਦੇ ਲਈ ਕਿਹੜੇ ਸ਼ਬਦ ਵਰਤਨੇ ਨੇ, ਬਸ ਇਹੀ ਅਰਦਾਸ ਹੈ। ਜਿਵੇਂ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ, ਬੇਨਤੀ ਕਰ ਦਿੰਦੇ ਹਾਂ ਕਿ ਵੀ ਬੇਨਤੀ ਹੈ, ਮੇਰੀ ਇਹ ਬੇਨਤੀ ਹੈ, ਤੁਸੀਂ ਪ੍ਰਵਾਨ ਕਰੋ। ਹੁਣ ਗੁਰੂ ਅੱਗੇ ਇਹੀ ਬੇਨਤੀ ਪ੍ਰਵਾਨ ਕਰਾਉਣੀ ਹੈ ਕਿ ਹੈ ਗੁਰੂ, ਮੇਰੀ ਬੇਨਤੀ ਪ੍ਰਵਾਨ ਕਰੋ, ਮੈਂ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਨੂੰ ਜਾ ਰਿਹਾ, ਮੇਰਾ ਇਹ ਕੰਮ ਹੋ ਜਾਵੇ। ਬਸ ਇਹੀ ਅਰਦਾਸ ਹੈ। ਅਰਦਾਸ ਇਹ ਨਹੀਂ ਹੈ ਕਿ ਕਿਸੇ ਤੋਂ ਕੁਛ ਪੁੱਛਣਾ ਹੈ, ਜਾਂ ਅਰਦਾਸ ਦਾ ਕੋਈ ਲੰਬਾ ਚੌੜਾ ਏਡਾ ਵੱਡਾ ਕੰਸੈਪਟ ਨਹੀਂ ਹੈ। ਜੋ ਤੁਹਾਡੇ ਮਨ ਦੇ ਖਿਆਲ ਨੇ, ਜੋ ਤੁਹਾਡੇ ਦਿਲ ਦੀਆਂ ਭਾਵਨਾਵਾਂ ਨੇ, ਉਹੀ ਅਰਦਾਸ ਹੈ। ਅਕਸਰ ਲੋਕੀ ਪੁੱਛਦੇ ਆ, ਇਹ ਵੀ ਮੈਂ ਗੱਲ ਅੱਜ ਸਪਸ਼ਟ ਕਰਕੇ ਰੱਖ ਦਿੱਤੀ ਹੈ। ਰਾਜਾ ਕਾ ਮਿਲਾਪ ਸਹਾਈ ਗੁਰ ਆਪ, ਇਹ ਸਰਕਾਰੀ ਕੰਮ ਕਰਾਉਣ ਵਾਸਤੇ ਹੈ 24ਵੀਂ ਅਰਦਾਸ। ਕਿਸੇ ਵੀ ਸਰਕਾਰੀ ਦਫ਼ਤਰ ਜਾਈਏ, ਉਸ ਤੋਂ ਜਾਣ ਤੋਂ ਪਹਿਲੇ ਇਹੀ ਅਰਦਾਸ ਕਰੀਏ। ਹੁਣ ਸਾਡੀ ਬਿਰਤੀ ਉਹ ਲੂੰਬੜੀ ਵਾਲੀ ਨਾ ਬਣ ਜਾਏ, ਇਸ ਵਾਸਤੇ ਕਲਗੀਧਰ ਨੇ 101 ਅਰਦਾਸਾਂ ਦੱਸੀਆਂ ਨੇ। ਅਗਰ ਲੂੰਬੜੀ ਆਗਿਆ ਲੈ ਲੈਂਦੀ, ਉਸ ਪ੍ਰਭੂ ਦੀ ਆਗਿਆ ਲੈ ਕਰਕੇ ਜਾਂਦੀ ਉਹ ਅੰਗੂਰਾਂ ਦੇ ਗੁੱਛੇ ਨੂੰ ਹੱਥ ਪਾਉਣ ਦੇ ਲਈ, ਤਾਂ ਫਿਰ ਸ਼ਾਇਦ ਉਹਦੇ ਹੱਥ ਦੇ ਵਿੱਚੋਂ ਅੰਗੂਰ ਲੱਗ ਜਾਂਦੇ, ਪਰ ਉਹ ਨਾਕਾਮ ਰਹੀ, ਕਿਉਂਕਿ ਉਸ ਨੇ ਆਗਿਆ ਨਹੀਂ ਲਈ ਉਸ ਪ੍ਰਭੂ ਦੀ। ਜਿਸ ਦੇ ਬਾਗ ਦੇ ਵਿੱਚ ਉਹ ਅੰਗੂਰਾਂ ਦਾ ਗੁੱਛਾ ਲੱਗਾ ਹੈ, ਜੇਕਰ ਮਾਲੀ ਤੋਂ ਹੀ ਉਸ ਅੰਗੂਰਾਂ ਦੇ ਮਾਲਕ ਤੋਂ, ਉਸ ਬਾਗ ਦੇ ਮਾਲਕ ਤੋਂ, ਉਸ ਮਾਲੀ ਤੋਂ ਆਗਿਆ ਲੈ ਲੈਂਦੀ ਤਾਂ ਸ਼ਾਇਦ ਮਾਲੀ ਉਸ ਨੂੰ ਅੰਗੂਰ ਤੋੜ ਕੇ ਦੇ ਦਿੰਦਾ। ਪਰ ਆਗਿਆ ਦੇ ਵਿੱਚ ਰਹਿਣਾ ਹੀ ਉਸ ਪ੍ਰਭੂ ਨੇ ਸਿਖਾਇਆ, ਉਸ ਦੇ ਭੇਜੇ ਹੋਏ ਸੰਦੇਸ਼ ਨੇ ਦੱਸਿਆ। ਇਹ ਸੂਤਰ ਨੂੰ ਧਿਆਨ 'ਚ ਰੱਖ ਲਿਆ ਜਾਏ, ਜਿੱਥੇ ਵੀ ਜਾਓ ਉਸ ਪ੍ਰਭੂ ਦੀ ਆਗਿਆ ਲੈ ਕੇ ਜਾਓ। ਚਾਹੇ ਕੋਈ ਕਿਸੇ ਮਜ਼ਹਬ ਨੂੰ ਮੰਨਣ ਵਾਲਾ ਹੈ, ਹਰ ਕੋਈ ਬੰਦਾ ਆਗਿਆ ਲੈ ਕੇ ਜਾਏ ਆਪਣੇ ਮੁਰਸ਼ਦ ਦੀ, ਆਪਣੇ ਅਵਤਾਰ ਪੁਰਸ਼ ਦੀ, ਆਪਣੇ ਗੁਰੂ ਦੀ। ਫਿਰ ਉਹ ਸਾਰੇ ਕੰਮ ਸਹਾਈ ਹੋਣਗੇ, ਫਿਰ ਉਹ ਆਪ ਸਾਰੇ ਕੰਮਾਂ ਦੇ ਵਿੱਚ ਸਹਾਈ ਹੋਣਗੇ ਅਤੇ ਸਾਰੇ ਕੰਮਾਂ ਦੇ ਵਿੱਚ ਉਹ ਆਪ ਅੰਗ ਸੰਗ ਹੋ ਕੇ ਤੁਹਾਡਾ ਕੰਮ ਕਰਨਗੇ। ਫਿਰ ਤੁਹਾਡਾ ਰੋਲ, ਤੁਹਾਡੀ ਮੁਸ਼ਕਲ ਖਤਮ ਹੋ ਜਾਏਗੀ। ਮੁਸ਼ਕਲ ਤਾਂ ਇਹੀ ਹੈ ਕਿ ਜੇਕਰ ਕੰਮ ਨਾ ਹੋਇਆ ਤਾਂ ਬੜੀ ਵੱਡੀ ਮੁਸ਼ਕਲ ਹੈ, ਪਰ ਜੇਕਰ ਉਸ ਕੰਮ ਦੇ ਵਿੱਚ ਉਸ ਪ੍ਰਭੂ ਨੂੰ ਹੀ ਸ਼ੁਮਾਰ ਕਰ ਲਈਏ, ਮੰਨ ਲਓ ਉਸ ਪ੍ਰਭੂ ਦੀ ਆਗਿਆ ਲੈ ਕਰਕੇ ਕੰਮ ਨੂੰ ਜਾਈਏ, ਜੇਕਰ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਉਸ ਦਰਗਾਹ ਦੇ ਵਿੱਚ ਪਹੁੰਚ ਜਾਂਦੀ ਹੈ। ਅਤੇ ਅਸੀਂ ਵੀ ਸੱਚੇ ਦਿਲੋਂ ਅਰਦਾਸ ਕਰੀਏ, ਉਸ ਪ੍ਰਭੂ ਨੂੰ ਦੇ ਆਈਏ। ਅੱਜ ਬਸ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।